ਤਾਂ ਮੈਂ ਉਹਨਾਂ ਨੇ ਦੱਸਿਆ ਕਿ ਮੇਰਾ ਐਗਜ਼ਾਮ ਕਲੀਅਰ ਨਹੀਂ ਹੋਇਆ। ਤੇ ਮੈਨੂੰ ਯਾਦ ਹੈ ਮੇਰੇ ਡੈਡ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਇੰਨਾ ਈਜ਼ੀ ਨਹੀਂ ਹੈ ਸਰਕਾਰੀ ਨੌਕਰੀ ਪਾਉਣਾ, ਬਹੁਤ ਮਿਹਨਤ ਲੱਗਦੀ ਹੈ। ਇਸ ਦੇ ਵਿੱਚ 10-20 ਲੱਖ ਬੰਦਾ ਬੈਠਦਾ ਹੈ ਤੇ ਉਸ ਦੇ ਵਿੱਚ ਸਿਰਫ 2000 ਵੈਕੈਂਸੀਆਂ ਨੇ, ਕਿਵੇਂ ਹੋ ਸਕਦਾ ਹੈ? ਨਾ ਮੇਰੇ ਕੋਲ ਨੌਕਰੀ ਹੈ ਤੇ ਨਾ ਇੱਥੇ ਸਰਕਾਰੀ ਨੌਕਰੀ ਦਾ ਐਗਜ਼ਾਮ ਕਲੀਅਰ ਹੋ ਰਿਹਾ ਸੀ। 5 ਅਜਿਹੀਆਂ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ, ਜੇ ਤੁਸੀਂ ਉਹ ਮੰਨ ਲਈਆਂ ਨਾ ਤਾਂ ਮੈਂ ਗਰੰਟੀ ਨਾਲ ਕਹਿ ਸਕਦੀ ਹਾਂ ਕਿ ਸਰਕਾਰੀ ਨੌਕਰੀ ਤੁਹਾਡੇ ਤੋਂ ਦੂਰ ਨਹੀਂ। ਸਰਕਾਰੀ ਨੌਕਰੀ, ਹਾਏ ਰੱਬਾ ਸਾਨੂੰ ਵੀ ਦੇ ਦੇ। ਇਹੀ ਖਿਆਲ ਆਉਂਦਾ ਨਾ ਤੁਹਾਡੇ ਦਿਮਾਗ ਦੇ ਵਿੱਚ ਜਦੋਂ ਵੀ ਤੁਸੀਂ ਸਰਕਾਰੀ ਨੌਕਰੀ ਬਾਰੇ ਸੋਚਦੇ ਹੋ? ਆਉਣਾ ਵੀ ਚਾਹੀਦਾ। ਪੱਕੀ ਨੌਕਰੀ ਕਿਹਨੂੰ ਨਹੀਂ ਚੰਗੀ ਲੱਗਦੀ। ਵੱਡੇ ਬਜ਼ੁਰਗ ਵੀ ਕਹਿੰਦੇ ਨੇ ਕਿ ਸਾਰੀ ਉਮਰ ਦੀ ਰੋਟੀ ਸਰਕਾਰੀ ਨੌਕਰੀ। ਹਰ ਮਹੀਨੇ ਪਹਿਲੀ ਤਾਰੀਖ ਨੂੰ ਤੁਹਾਡੇ ਖਾਤੇ ਦੇ ਵਿੱਚ 60-70 ਹਜ਼ਾਰ ਜਾਂ ਲੱਖ ਰੁਪਈਆ ਆ ਜਾਏ, ਹੋਰ ਕੀ ਚਾਹੀਦਾ। ਮੈਨੂੰ ਵੀ ਇਹੀ ਸੀ ਕਿ ਆਪਣੀ ਪੜ੍ਹਾਈ ਕਰਨ ਤੋਂ ਬਾਅਦ ਮੈਨੂੰ ਸਰਕਾਰੀ ਨੌਕਰੀ ਮਿਲ ਜਾਏ। ਤੇ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਇਹ ਕਹਿੰਦੇ ਹੋਏ ਕਿ ਆਪਣਾ ਉਹ ਸੁਪਨਾ ਪੂਰਾ ਕਰਕੇ ਅੱਜ ਮੈਂ ਤੁਹਾਡੇ ਸਾਹਮਣੇ ਪਹੁੰਚੀ ਹਾਂ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਰਮਨ ਕੌਰ ਤੇ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦੀ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਸਰਕਾਰੀ ਨੌਕਰੀ ਪਾਉਣ ਦਾ ਜਿਹੜਾ ਉਹ ਸਫ਼ਰ ਹੈ ਉਹ ਸਾਂਝਾ ਕਰਨਾ ਚਾਹੁੰਦੀ ਹਾਂ ਤੇ ਨਾਲੋਂ ਨਾਲ ਕੁਝ ਅਜਿਹੀਆਂ ਗੱਲਾਂ ਵੀ ਦੱਸਾਂਗੀ, ਜੇ ਤੁਸੀਂ ਉਹ ਮੰਨ ਲਈਆਂ ਤਾਂ ਸਰਕਾਰੀ ਨੌਕਰੀ ਤੁਹਾਡੇ ਤੋਂ ਵੀ ਦੂਰ ਨਹੀਂ। ਮੈਂ ਪੂਰੀ ਗਰੰਟੀ ਨਾਲ ਕਹਿ ਸਕਦੀ ਹਾਂ ਕਿ ਜੇ ਤੁਸੀਂ ਇਹ ਗੱਲਾਂ ਮੰਨਦੇ ਹੋ ਤਾਂ ਤੁਸੀਂ ਆਪਣੀ ਡ੍ਰੀਮ ਜੌਬ ਨੂੰ ਪਾ ਸਕਦੇ ਹੋ। ਮੈਂ ਪੜ੍ਹਾਈ ਦੇ ਵਿੱਚ ਸ਼ੁਰੂ ਤੋਂ ਹੀ ਇੰਟੈਲੀਜੈਂਟ ਸੀ। ਮੇਰੇ ਘਰ ਦੇ ਵਿੱਚ ਮੋਸਟਲੀ ਸਾਰੇ ਗਵਰਨਮੈਂਟ ਜੌਬ ਦੇ ਵਿੱਚ ਸੀ। ਮੈਨੂੰ ਵੀ ਇਹੀ ਸੀ ਕਿ ਮੈਨੂੰ ਵੀ ਸਰਕਾਰੀ ਨੌਕਰੀ ਮਿਲ ਜਾਏ। ਮੈਨੂੰ ਚੰਗੇ ਕਾਲਜ ਦੇ ਵਿੱਚ ਐਡਮਿਸ਼ਨ ਮਿਲੀ, ਮੈਂ MBA ਕੀਤੀ। MBA ਕਰਨ ਤੋਂ ਬਾਅਦ ਜਲਦੀ ਦੇ ਵਿੱਚ ਮੈਂ ਇੱਕ ਨੌਕਰੀ ਫੜ ਲਈ। ਪਰ ਇਸ ਨੌਕਰੀ ਦੇ ਵਿੱਚ ਮੈਂ ਇੱਕ ਚੀਜ਼ ਨੂੰ ਬਹੁਤ ਗੌਰ ਨਾਲ ਇੱਕ ਚੀਜ਼ ਨੂੰ ਦੇਖਿਆ ਕਿ ਮੈਨੂੰ ਸਿਰਫ 13,000 ਰੁਪਏ ਮਿਲਦੇ ਸੀ ਤੇ 13,000 ਰੁਪਏ ਦੇ ਵਿੱਚ ਮੇਰਾ ਖਰਚਾ ਨਹੀਂ ਪੂਰਾ ਹੁੰਦਾ ਸੀ। ਇੰਨਾ ਤਾਂ ਮੇਰਾ ਆਉਣ ਜਾਣ ਦੇ ਵਿੱਚ ਲੱਗ ਜਾਂਦਾ ਸੀ। ਮੈਨੂੰ ਪਤਾ ਸੀ ਕਿ ਮੈਂ ਪੂਰੀ ਲਾਈਫ ਸਿਰਫ 13,000 ਨਾਲ ਨਹੀਂ ਸੋਚ ਸਕਦੀ ਤੇ ਇੰਨਾ ਪੂਰਾ ਦਿਨ ਕੰਮ ਕਰਕੇ ਤੇ ਮੈਂ ਜਿੰਨੇ ਪਰਸੈਂਟੇਜ ਲਿੱਤੇ, ਮਾਰਕਸ ਲਿੱਤੇ ਤੇ ਮੈਂ ਆਪਣੇ ਆਪ ਨੂੰ ਐਕਸਪਲੋਰ ਨਹੀਂ ਕਰ ਪਾ ਰਹੀ ਸੀ। ਮੈਨੂੰ ਲੱਗਿਆ ਕਿ ਮੈਨੂੰ ਕੋਈ ਪੱਕਾ ਹੀਲਾ ਵਸੀਲਾ ਕਰਨਾ ਹੀ ਪੈਣਾ, ਇਸ ਨੌਕਰੀ ਨਾਲ ਨਹੀਂ ਚੱਲਣਾ। ਤੇ ਫਿਰ ਮੈਂ ਨੌਕਰੀ ਛੱਡਤੀ। ਨੌਕਰੀ ਛੱਡਣ ਤੋਂ ਬਾਅਦ ਮੈਂ ਬੈਂਕ ਦੇ ਐਗਜ਼ਾਮ ਦੀ ਤਿਆਰੀ ਸ਼ੁਰੂ ਕਰਤੀ। ਮੈਂ ਕਲਾਸਿਸ ਲਈ ਤੇ ਮੈਂ 2018 ਦੇ ਵਿੱਚ ਤਿਆਰੀ ਕਰਕੇ ਐਗਜ਼ਾਮ ਦੇਣੇ ਸ਼ੁਰੂ ਕਰਤੇ। ਮੈਨੂੰ ਯਾਦ ਹੈ ਮੈਂ ਇੱਕ ਐਗਜ਼ਾਮ ਦਿੱਤਾ ਸੀ ਅਗਸਤ ਦੇ ਵਿੱਚ ਤੇ ਮੈਂ ਲਾਇਬ੍ਰੇਰੀ ਦੇ ਵਿੱਚ ਪੜ੍ਹ ਰਹੀ ਸੀ। ਉਹਦਾ ਰਿਜ਼ਲਟ ਆਇਆ, ਹਲੇ ਪਹਿਲਾ ਲੈਵਲ ਸੀ, ਪ੍ਰੀ ਲੈਵਲ। ਉਹਦਾ ਰਿਜ਼ਲਟ ਆਇਆ ਤੇ ਮੈਂ ਚੈੱਕ ਕੀਤਾ ਕਿ ਮੈਰਿਟ ਲਿਸਟ ਦੇ ਵਿੱਚ ਮੇਰਾ ਨਾਮ ਨਹੀਂ ਹੈ। ਮੈਨੂੰ ਉਹ ਟਾਈਮ ਯਾਦ ਹੈ, ਉਸ ਟਾਈਮ ਮੈਂ ਬਹੁਤ ਰੋਈ ਸੀ। ਲਾਇਬ੍ਰੇਰੀ ਤੋਂ ਘਰ ਤੱਕ ਆਉਂਦੇ ਵੀ ਮੈਂ ਰੋ ਕੇ ਆ ਰਹੀ ਸੀ ਤੇ ਜਦੋਂ ਮੈਂ ਘਰ ਆਈ ਮੇਰੇ ਮਮ ਨੇ ਪੁੱਛਿਆ ਕਿ ਕੀ ਹੋਇਆ, ਤਾਂ ਮੈਂ ਉਹਨਾਂ ਨੇ ਦੱਸਿਆ ਕਿ ਮੇਰਾ ਐਗਜ਼ਾਮ ਕਲੀਅਰ ਨਹੀਂ ਹੋਇਆ। ਤੇ ਮੈਨੂੰ ਯਾਦ ਹੈ ਮੇਰੇ ਡੈਡ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਇੰਨਾ ਈਜ਼ੀ ਨਹੀਂ ਹੈ ਸਰਕਾਰੀ ਨੌਕਰੀ ਪਾਉਣਾ, ਬਹੁਤ ਮਿਹਨਤ ਲੱਗਦੀ ਹੈ। ਤੇ ਮੈਨੂੰ ਲੱਗਿਆ ਸੀ ਕਿ ਮੈਂ ਬਹੁਤ ਵਧੀਆ ਪਰਫਾਰਮ ਕੀਤਾ, ਮੈਂ ਵਧੀਆ ਅਟੈਂਪਟ ਕਰ ਲਏ, ਪਰ ਫਿਰ ਵੀ ਮੈਂ ਕਲੀਅਰ ਨਹੀਂ ਕਰ ਪਾਈ ਸੀ। ਉਸ ਟਾਈਮ ਮੈਂ ਬਹੁਤ ਜ਼ਿਆਦਾ ਸਟ੍ਰੈਸ ਫੀਲ ਕਰ ਰਹੀ ਸੀ। ਉਸ ਟਾਈਮ ਮੇਰੇ ਪੇਰੈਂਟਸ ਤੋਂ ਜਦੋਂ ਲੋਕੀ ਪੁੱਛਦੇ ਸੀ ਕਿ ਤੁਹਾਡੀ ਕੁੜੀ ਕੀ ਕਰ ਰਹੀ ਹੈ ਤੇ ਮੇਰੇ ਪੇਰੈਂਟਸ ਦੱਸਦੇ ਸੀ ਤਿਆਰੀ ਕਰ ਰਹੀ ਹੈ, ਪਰ ਫਿਰ ਵੀ ਉਹਨਾਂ ਨੂੰ ਤਾਂ ਇਹ ਲੱਗਦਾ ਸੀ ਕਿ ਸ਼ਾਇਦ ਇਹ ਘਰ ਵਿਹਲੀ ਬੈਠੀ ਹੈ। ਉਹਨਾਂ ਨੂੰ ਸ਼ਾਇਦ ਇਹ ਲੱਗਦਾ ਸੀ ਕਿ ਚਾਰ ਦੀਵਾਰੀ ਦੇ ਵਿੱਚ ਬਹਿ ਕੇ ਸ਼ਾਇਦ ਬੰਦਾ ਵਿਹਲਾ ਹੀ ਹੈ। ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਕਿੰਨੀ ਤਿਆਰੀ ਕਰ ਰਹੀ ਹਾਂ। ਉਸ ਤੋਂ ਬਾਅਦ ਵੀ ਮੈਂ ਹੋਰ ਐਗਜ਼ਾਮ ਦਿੱਤੇ ਤੇ ਹਲੇ ਵੀ ਮੇਰਾ ਪ੍ਰੀ ਕਲੀਅਰ ਨਹੀਂ ਹੋ ਰਿਹਾ ਸੀ। ਫਿਰ ਦਸੰਬਰ ਦੇ ਵਿੱਚ ਆ ਕੇ ਮੇਰਾ ਪ੍ਰੀ ਕਲੀਅਰ ਹੋਇਆ। 2018 ਦੇ ਐਂਡ ਦੇ ਵਿੱਚ ਮੇਰਾ ਪ੍ਰੀ ਕਲੀਅਰ ਹੋਣਾ ਸ਼ੁਰੂ ਹੋਇਆ। ਮੈਂ ਮੇਨਸ ਦੇ ਵਿੱਚ ਅਟਕਦੀ ਸੀ। ਮੇਨਸ ਦੇ ਵਿੱਚ ਮੈਂ ਮੇਨਸ ਪਾਸ ਨਹੀਂ ਕਰ ਪਾਉਂਦੀ ਸੀ ਤੇ ਇਸ ਦੇ ਵਿੱਚ ਇੱਕ ਚੀਜ਼ ਸੀ, ਜੇ ਮੈਂ ਮੇਨਸ ਨਹੀਂ ਕਲੀਅਰ ਕੀਤਾ ਮੈਨੂੰ ਸਾਰਾ ਲੈਵਲ ਦੁਬਾਰਾ ਕਲੀਅਰ ਕਰਨਾ ਪੈਣਾ। ਫਿਰ ਦੁਬਾਰਾ ਪ੍ਰੀ ਦੀ ਤਿਆਰੀ, ਫਿਰ ਪ੍ਰੀ ਦੇਣਾ, ਫਿਰ ਮੇਨਸ ਦੇਣਾ, ਮੇਨਸ 'ਚ ਫਿਰ ਫੇਲ ਹੋ ਕੇ ਫਿਰ ਪ੍ਰੀ ਤੇ ਫਿਰ ਮੇਨਸ। ਇਹ ਜਿਹੜੀ ਜਰਨੀ ਸੀ ਇਹ ਬਹੁਤ ਮੁਸ਼ਕਿਲ ਹੁੰਦੀ ਜਾ ਰਹੀ ਸੀ। ਉਸ ਟਾਈਮ ਮੈਂ 1 ਸਾਲ ਮੈਨੂੰ ਸਿਰਫ ਇਸ ਚੀਜ਼ ਦੇ ਵਿੱਚ ਲੱਗ ਗਿਆ ਸੀ ਕਿ ਮੈਂ ਪ੍ਰੀ ਕਲੀਅਰ ਕਰਾਂ। ਮੈਂ ਆਪਣੀ ਨੌਕਰੀ ਛੱਡਤੀ ਸੀ ਤੇ ਉਸ ਟਾਈਮ ਮੈਨੂੰ ਇਹ ਲੱਗ ਰਿਹਾ ਸੀ ਕਿ ਕਿਤੇ ਇਹ ਤਾਂ ਨਹੀਂ ਕਿ ਮੈਨੂੰ ਨਾ ਸਰਕਾਰੀ ਨੌਕਰੀ ਮਿਲੇ ਨਾ ਮੈਂ ਕਿਸੇ ਹੋਰ ਦੇ ਲਾਇਕ ਰਹਾਂ। ਪਰ ਫਿਰ ਮੈਂ ਇੱਕ ਗੱਲ ਸੋਚੀ, ਮੈਂ ਜਦੋਂ ਨੌਕਰੀ ਛੱਡੀ ਸੀ ਮੈਂ ਕੀ ਸੋਚ ਕੇ ਛੱਡੀ ਸੀ? ਉਸ ਟਾਈਮ ਮੈਂ ਆਪਣੇ ਮਨ ਦੇ ਵਿੱਚ ਕੀ ਚੀਜ਼ ਸੋਚੀ ਸੀ? ਮੈਂ ਇਹੀ ਸੋਚਿਆ ਸੀ ਕਿ ਮੈਂ ਇੰਨੀ ਇੰਟੈਲੀਜੈਂਟ ਤੇ ਇੰਨੀ ਹੁਸ਼ਿਆਰ ਹਾਂ, ਮੇਰੇ ਕੋਲ ਇੰਨਾ ਕੈਲੀਬਰ ਹੈ ਕਿ ਮੈਂ ਸਰਕਾਰੀ ਨੌਕਰੀ ਪਾ ਸਕਦੀ ਹਾਂ। ਮੈਨੂੰ ਕਰਨਾ ਕੀ ਹੈ? ਮਿਹਨਤ ਕਰਨੀ ਹੈ ਨਾ, ਹੋਰ ਮਿਹਨਤ ਮੈਂ ਕਰ ਲਾਂਗੀ। ਜਦੋਂ ਮੇਰਾ ਕੋਈ ਐਗਜ਼ਾਮ ਵੀ ਨਹੀਂ ਕਲੀਅਰ ਹੋ ਰਿਹਾ ਸੀ ਤੇ ਜਦੋਂ ਹੋ ਰਿਹਾ ਸੀ, ਇੱਕ ਲੈਵਲ ਕਲੀਅਰ ਕਰਕੇ ਫਿਰ ਦੂਜੇ ਲੈਵਲ ਤੇ ਮੈਂ
ਉਹਨੂੰ ਕਲੀਅਰ ਨਹੀਂ ਕਰ ਪਾਉਂਦੀ ਸੀ। ਉਸ ਲੈਵਲ ਦੇ ਵਿੱਚ ਜਿਹੜੀਆਂ ਚੀਜ਼ਾਂ ਮੈਂ ਸਿੱਖੀਆਂ, ਉਹਨਾਂ 'ਚੋਂ 5 ਅਜਿਹੀਆਂ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ। ਜੇ ਤੁਸੀਂ ਉਹ ਮੰਨ ਲਈਆਂ ਨਾ, ਤਾਂ ਮੈਂ ਗਰੰਟੀ ਨਾਲ ਕਹਿ ਸਕਦੀ ਹਾਂ ਕਿ ਸਰਕਾਰੀ ਨੌਕਰੀ ਤੁਹਾਡੇ ਤੋਂ ਦੂਰ ਨਹੀਂ। ਸਭ ਤੋਂ ਪਹਿਲੀ ਗੱਲ ਕਿ ਕਦੇ ਵੀ ਔਖੀਆਂ ਚੀਜ਼ਾਂ ਤੋਂ ਭੱਜੋ ਨਾ। ਸਭ ਤੋਂ ਜ਼ਰੂਰੀ ਇਹ ਚੀਜ਼ ਹੈ ਕਿ ਆਪਾਂ ਮਿਹਨਤ ਕਰੀਏ। ਲੇਕਿਨ ਸਾਨੂੰ ਪਤਾ ਹੈ ਕਿ ਸਾਰੇ ਮੋਸਟਲੀ ਇਹ ਕਹਿੰਦੇ ਨੇ ਕਿ ਸਰਕਾਰੀ ਨੌਕਰੀ ਦੇ ਵਿੱਚ ਤਾਂ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਓ, ਇੰਨੇ ਲੋਕੀ ਬਹਿੰਦੇ ਨੇ। ਮੋਸਟਲੀ ਇਹਦੇ ਵਿੱਚ 10 ਲੱਖ ਜਾਂ 20 ਲੱਖ ਲੋਕੀ ਅਪਲਾਈ ਕਰਦੇ ਨੇ, ਤਾਂ ਵਕੈਂਸੀਆਂ ਸਿਰਫ ਹੁੰਦੀਆਂ ਨੇ 1000 ਜਾਂ 2000। ਬਹੁਤ ਲੋਕੀ ਕਹਿੰਦੇ ਨੇ 13 ਨਹੀਂ ਹੋ ਸਕਦਾ। ਤੇ ਮੋਸਟਲੀ ਲੋਕੀ ਸਾਰਿਆਂ ਨੂੰ ਇਹ ਕਹਿੰਦੇ ਸੀ ਬਹੁਤ ਮੁਸ਼ਕਿਲ ਹੈ ਇਹ ਕੰਮ ਕਰਨਾ, ਬਹੁਤ ਮੁਸ਼ਕਿਲ ਹੈ। ਪਰ ਇੱਕ ਗੱਲ ਹੈ, ਸਾਡੇ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਸਟਰੋਂਗ ਇੱਕ ਐਬਿਲਿਟੀ ਹੁੰਦੀ ਹੈ, ਸਟਰੋਂਗ ਕੈਪੇਬਿਲਿਟੀ ਹੁੰਦੀ ਹੈ। ਅਸੀਂ ਕਿਸੇ ਨਾ ਕਿਸੇ ਦੇ ਚੀਜ਼ ਦੇ ਵਿੱਚ ਸਟਰੋਂਗ ਹੁੰਦੇ ਆ, ਉਸ ਨੂੰ ਕਰਕੇ ਤਾਂ ਆਪਾਂ ਸਕਸੈਸਫੁਲ ਹੋ ਹੀ ਸਕਦੇ ਆ। ਲੇਕਿਨ ਗੱਲ ਤਾਂ ਉਹ ਹੈ ਨਾ, ਜਦੋਂ ਆਪਾਂ ਕਮਜ਼ੋਰੀ ਤੇ ਗੱਲ ਕਰੀਏ, ਜਿਹੜੀ ਚੀਜ਼ ਔਖੀ ਹੈ ਉਸ ਤੇ ਕੰਮ ਕਰੀਏ। ਆਪਣੀ ਜਿਹੜੀ ਚੀਜ਼ ਔਖੀ ਹੈ ਉਸ ਨੂੰ ਰੋਜ਼ ਉਹਦੇ ਤੇ ਕੰਮ ਕਰਕੇ, ਉਹਨੂੰ ਆਪਣੀ ਆਦਤ ਬਣਾ ਕੇ ਉਹਨੂੰ ਸੌਖਾ ਬਣਾ ਲਈਏ। ਇਹ ਚੀਜ਼ ਸਭ ਤੋਂ ਮੁਸ਼ਕਿਲ ਲੱਗਦੀ ਹੈ। ਮੈਂ ਉਹੀ ਚੀਜ਼ ਕੀਤੀ। ਮੈਨੂੰ ਪਤਾ ਸੀ ਮੈਂ ਮੈਥਸ ਦੇ ਵਿੱਚ ਬਹੁਤ ਵੀਕ ਆ, ਮੈਨੂੰ ਪਤਾ ਸੀ ਮੈਂ ਮੈਥਸ ਵਿੱਚ ਬਿਲੋ ਐਵਰੇਜ ਆ, ਪਰ ਮੈਨੂੰ ਇਹ ਚੀਜ਼ ਪਤਾ ਸੀ ਕਿ ਜੇ ਸਰਕਾਰੀ ਨੌਕਰੀ ਪਾਣੀ ਹੈ ਤਾਂ ਫਿਰ ਮੈਥਸ ਨੂੰ ਮੈਂ ਆਪਣਾ ਸਭ ਤੋਂ ਸਟਰੋਂਗੈਸਟ ਪਾਰਟ ਬਣਾਉਣਾ ਹੈ। ਤੁਹਾਡੇ ਐਗਜ਼ਾਮ ਦੇ ਵਿੱਚ ਕੋਈ ਵੀ ਚੀਜ਼ ਸਭ ਤੋਂ ਮੁਸ਼ਕਿਲ ਹੋ ਸਕਦੀ ਹੈ, ਕੋਈ ਵੀ ਸਬਜੈਕਟ ਮੁਸ਼ਕਿਲ ਹੋ ਸਕਦਾ ਹੈ। ਜੇ ਤੁਸੀਂ ਆਪਣੇ ਸਭ ਤੋਂ ਜਿਹੜੀ ਕਮਜ਼ੋਰੀ ਹੈ, ਜਿਹੜਾ ਤੁਹਾਨੂੰ ਪਾਰਟ ਸਭ ਤੋਂ ਮੁਸ਼ਕਿਲ ਲੱਗਦਾ ਹੈ, ਜੇ ਤੁਸੀਂ ਉਸ ਨੂੰ ਓਵਰਕਮ ਕਰ ਲਓ, ਫਿਰ ਤੁਹਾਨੂੰ ਤੁਹਾਡਾ ਐਗਜ਼ਾਮ ਕਲੀਅਰ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ। ਦੂਜੀ ਗੱਲ ਤੋਂ ਮੈਂ ਇਹ ਸਿੱਖਿਆ ਕਿ ਕਦੇ ਵੀ ਲੋਕਾਂ ਦੀਆਂ ਨੈਗੇਟਿਵ ਥਾਟਸ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਿਓ। ਮੈਨੂੰ ਯਾਦ ਹੈ ਇੱਕ ਵਾਰ ਮੈਂ ਆਪਣੀ ਕੋਚਿੰਗ ਕਲਾਸਿਸ ਤੋਂ ਵਾਪਸ ਘਰ ਆਈ ਤੇ ਮੇਰੇ ਮੌਮ, ਜਿਵੇਂ ਆਸ ਪੜੋਸ ਦੇ ਜਿਹੜੇ ਲੋਕ ਨੇ ਗੱਲਾਂ ਕਰਦੇ ਨੇ, ਤੇ ਮੇਰੇ ਮੌਮ ਵੀ ਸੀ, ਤੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਕੁੜੀ ਕੀ ਕਰ ਰਹੀ ਹੈ, ਤੇ ਮੇਰੇ ਮੌਮ ਨੇ ਕਿਹਾ ਕਿ ਤਿਆਰੀ ਕਰ ਰਹੀ ਹੈ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਕੁੜੀ ਦੇ ਲਈ ਮੁੰਡਾ ਲੱਭ ਲਓ। ਕਿਸੇ ਹੋਰ ਨੇ ਇਹ ਕਿਹਾ ਕਿ ਤੇ ਫਿਰ ਤੁਸੀਂ ਆਪਣੀ ਕੁੜੀ ਦਾ ਵਿਆਹ ਨਹੀਂ ਕਰਨਾ। ਮੈਂ ਇਸ ਚੀਜ਼ ਤੋਂ ਇੰਨੀ ਜ਼ਿਆਦਾ ਹੈਰਾਨ ਹੋਈ ਕਿ ਚੰਡੀਗੜ੍ਹ ਦੇ ਵਿੱਚ ਰਹਿ ਕੇ ਲੋਕਾਂ ਦੀ ਇਹ ਮੈਂਟੈਲਿਟੀ ਹੈ। ਉਸ ਟਾਈਮ ਮੈਨੂੰ ਬੜਾ ਚੀਜ਼ ਫੀਲ ਹੋਈ ਕਿ ਮੈਂ ਜਿਹੜੀ ਮਿਹਨਤ ਕਰ ਰਹੀ ਹਾਂ ਉਹ ਸ਼ਾਇਦ ਕਿਸੇ ਨੂੰ ਹਲੇ ਨਹੀਂ ਦਿਖ ਰਹੀ। पर मैं एक चीज़ हमेशा याद रखी कि याद रखना, सपने तुम्हारे हैं तो पूरा भी तुम्ही को करना होगा। ना हालात तुम्हारे हिसाब से होंगे और ना लोग। ये चीज़ मैं हमेशा अपने मन ਦੇ ਵਿੱਚ ਧਿਆਨ ਰੱਖੀ ਕਿ मैं ਲੋਕਾਂ ਦੀਆਂ ਜਿਹੜੀਆਂ ਨੈਗੇਟਿਵ ਥਾਟਸ ਨੇ, ਨੈਗੇਟਿਵ ਗੱਲਾਂ ਨੇ, ਇਹਨੂੰ ਮੈਂ ਇਗਨੋਰ ਕਰਨਾ ਹੈ, ਤਾਂ ਹੀ ਮੈਂ ਆਪਣੀ ਜਿਹੜੀ ਮੰਜ਼ਿਲ ਹੈ ਉਸ ਤੇ ਪਹੁੰਚ ਸਕਾਂਗੀ। ਜੇ ਮੈਂ ਹਮੇਸ਼ਾ ਲੋਕਾਂ ਦੀਆਂ ਗੱਲਾਂ ਨੂੰ ਮੈਂ ਆਪਣੇ ਮਨ ਦੇ ਵਿੱਚ ਰੱਖ ਕੇ, ਆਪਣੇ ਦਿਮਾਗ ਦੇ ਵਿੱਚ ਰੱਖ ਕੇ ਮੈਂ ਆਪਣੀ ਤਿਆਰੀ ਨਹੀਂ ਕਰ ਸਕਦੀ। ਮੇਰੀ ਜ਼ਿੰਦਗੀ ਦੇ ਵਿੱਚ ਏਮ ਕੁਝ ਹੋਰ ਸੀ। ਮੇਰਾ ਏਮ ਇਹ ਨਹੀਂ ਸੀ ਕਿ ਮੈਂ ਵਿਆਹ ਕਰਕੇ ਸੈਟਲ ਹੋ ਜਾਵਾਂ, ਨਹੀਂ, ਮੈਂ ਲਾਈਫ ਦੇ ਵਿੱਚ ਜੌਬ ਦੇ ਨਾਲ ਸੈਟਲ ਹੋਣਾ ਚਾਹੁੰਦੀ ਸੀ। ਤਾਂ ਮੇਰਾ ਇਹੀ ਹੈ ਕਿ ਸਭ ਤੋਂ ਪਹਿਲਾਂ ਕਦੇ ਵੀ ਕੋਈ ਵੀ ਲੋਕੀ ਤੁਹਾਨੂੰ ਕੁਝ ਵੀ ਕਹਿੰਦੇ ਨੇ, ਲੋਕਾਂ ਦੀਆਂ ਗੱਲਾਂ ਤੇ ਕਦੇ ਵੀ ਧਿਆਨ ਨਾ ਦਿਓ। ਹਮੇਸ਼ਾ ਆਪਣੇ ਮਨ ਦੀ ਸੁਣੋ। ਤੁਸੀਂ ਆਪਣੇ ਡ੍ਰੀਮ ਪੂਰਾ ਕਰਨਾ ਚਾਹੁੰਦੇ, ਉਸ ਦੇ ਵੱਲ ਆਪਣਾ ਜਿਹੜਾ ਦਿਮਾਗ ਹੈ ਤੇ ਆਪਣੀ ਮਿਹਨਤ ਹੈ ਉਸ ਦੇ ਵੱਲ ਲਾਓ। ਕਦੇ ਵੀ ਨੈਗੇਟਿਵ ਥਾਟਸ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਿਓ। ਦੁਨੀਆ ਦਾ ਸਭ ਤੋਂ ਵੱਡਾ ਡਰ ਕੀ ਹੈ? ਕਈ ਸੋਚ ਰਹੇ ਹੋਣਗੇ ਕਿ ਪਾਣੀ ਤੋਂ ਉਹਨਾਂ ਨੂੰ ਡਰ ਲੱਗਦਾ ਹੈ, ਕਈ ਸੋਚਦੇ ਹੋਣਗੇ ਕਿ ਅੱਗ ਤੋਂ ਡਰ ਲੱਗਦਾ ਹੈ, ਪਰ ਦੁਨੀਆ ਦਾ ਸਭ ਤੋਂ ਵੱਡਾ ਡਰ ਹੈ ਇੰਟਰਵਿਊ ਦਾ ਡਰ। ਬਹੁਤ ਸਾਰੇ ਐਪਲੀਕੈਂਟਸ ਮੈਂ ਦੇਖੇ ਨੇ ਮੁਸ਼ਕਿਲ ਤੋਂ ਮੁਸ਼ਕਿਲ ਐਗਜ਼ਾਮ ਕਲੀਅਰ ਕਰਨ ਲਈ ਉਹ ਤਿਆਰ ਨੇ, ਪਰ ਉਹ ਇੰਟਰਵਿਊ ਫੇਸ ਕਰਨ ਲਈ ਤਿਆਰ ਨਹੀਂ। ਉਹ ਕਹਿੰਦੇ ਨੇ ਕਿ ਸਾਨੂੰ ਜਿਹੜਾ ਮਰਜ਼ੀ ਐਗਜ਼ਾਮ ਕਲੀਅਰ ਕਰਾ ਲਓ, ਅਸੀਂ ਇੰਟਰਵਿਊ ਨਹੀਂ ਫੇਸ ਕਰ ਸਕਦੇ। ਪਰ ਇੱਕ ਗੱਲ ਹਮੇਸ਼ਾ ਧਿਆਨ ਰੱਖੋ, ਜੇ ਸਰਕਾਰੀ ਨੌਕਰੀ ਤੁਸੀਂ ਪਾਣੀ ਹੈ ਨਾ, ਤਾਂ ਸਿਰਫ ਚਾਰ ਦੀਵਾਰੀ ਦੇ ਵਿੱਚ ਰਹਿ ਕੇ, ਸਿਰਫ ਕਿਤਾਬੀ ਕੀੜਾ ਬਣ ਕੇ ਤੁਸੀਂ ਆਪਣੀ ਨੌਕਰੀ ਨਹੀਂ ਪਾ ਸਕਦੇ। ਇਸ ਦੇ ਲਈ ਪਰਸਨੈਲਿਟੀ ਡਿਵੈਲਪਮੈਂਟ ਵੀ ਜ਼ਰੂਰੀ ਹੈ, ਤੁਹਾਡੀ ਕਮਿਊਨੀਕੇਸ਼ਨ ਵੀ ਜ਼ਰੂਰੀ ਹੈ। ਤੁਸੀਂ ਲੋਕਾਂ ਨਾਲ ਕਿਵੇਂ ਗੱਲ ਕਰਦੇ ਹੋ, ਤੁਸੀਂ ਗੱਲਾਂ ਨੂੰ ਕਿਵੇਂ ਸਮਝਦੇ ਹੋ, ਕਿਵੇਂ ਪ੍ਰੈਜ਼ੈਂਟ ਕਰਦੇ ਹੋ, ਤੁਹਾਡੀ ਪ੍ਰੈਜ਼ੈਂਟੇਸ਼ਨ ਕਿਵੇਂ ਹੈ, ਇਹ ਚੀਜ਼ ਬਹੁਤ ਮੈਟਰ ਕਰਦੀ ਹੈ। ਅਗਸਤ 2018 ਦੇ ਵਿੱਚ ਮੈਨੂੰ ਇੱਕ ਓਪਰਚੁਨਿਟੀ ਮਿਲੀ ਸੈਲੀਬ੍ਰਿਟੀ ਇੰਟਰਵਿਊਅਰ ਦੀ, ਤੇ ਮੈਨੂੰ ਇਸ ਦੇ ਵਿੱਚ ਇੰਟਰਵਿਊ ਲੈਣੇ ਸੀ ਸੈਲੀਬ੍ਰਿਟੀਜ਼ ਦੇ, ਜਿਸ ਦੇ ਵਿੱਚ ਮੈਂ ਬੀਨੂ ਢਿੱਲੋਂ, ਸਰਗੁਣ ਮਹਿਤਾ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਤਿਸਕਾ ਚੋਪੜਾ, ਜਸਬੀਰ ਜੱਸੀ, ਸਾਰਿਆਂ ਦੇ ਇੰਟਰਵਿਊ ਲਏ। ਇਸ ਤੋਂ ਪਹਿਲਾਂ ਤਾਂ ਮੈਂ ਇੱਕ ਵਾਰ ਇਹ ਸੋਚਿਆ ਕਿ ਮੈਨੂੰ ਇਹ ਕਰਨਾ ਵੀ ਚਾਹੀਦਾ ਕਿ ਨਹੀਂ, ਪਰ ਮੈਂ ਫਿਰ ਸੋਚਿਆ ਕਿ ਇਸ ਦੇ ਵਿੱਚ ਬੁਰਾਈ ਕੀ ਹੈ। ਜੇ ਮੈਂ ਇੰਟਰਵਿਊ ਲਵਾਂਗੀ, ਮੇਰੇ ਸਕਿੱਲਸ ਹੋਰ, ਮੈਂ ਆਪਣੇ ਸਕਿੱਲਸ ਨੂੰ ਬਿਹਤਰ ਕਰ ਪਾਵਾਂਗੀ, ਤੇ ਹੋਰ ਮੈਂ ਆਪਣੇ ਸਕਿੱਲਸ ਨੂੰ ਇਹ ਸਕਿੱਲਸ ਮੇਰੇ ਅੱਗੇ ਜਾ ਕੇ ਕੰਮ ਆਉਣਗੇ। ਤੇ ਉਹੀ ਹੋਇਆ।
ਜਿਸ ਦਿਨ ਮੇਰਾ ਆਪਣਾ ਇੰਟਰਵਿਊ ਸੀ ਸਪੈਸ਼ਲਿਸਟ ਆਫਿਸਰ ਦੇ ਪ੍ਰੋਬੇਸ਼ਨਰੀ ਆਫਿਸਰ ਦਾ, ਮੈਨੂੰ ਉਸ ਦਿਨ ਇਹ ਨਹੀਂ ਲੱਗਿਆ ਕਿ ਮੈਂ ਇੰਟਰਵਿਊ ਦੇਣ ਜਾ ਰਹੀ ਹਾਂ। ਮੈਨੂੰ ਐਦਾਂ ਲੱਗ ਰਿਹਾ ਸੀ ਉਸ ਦਿਨ ਵੀ ਮੈਂ ਇੰਟਰਵਿਊ ਲੈਣ ਜਾ ਰਹੀ ਹਾਂ, ਕਿਉਂਕਿ ਇਹਨਾਂ ਸੈਲੀਬ੍ਰਿਟੀਜ਼ ਦੇ ਨਾਲ ਬਹਿ ਕੇ ਮੈਂ ਜਦੋਂ ਉਹਨਾਂ ਦਾ ਇੰਟਰਵਿਊ ਲਿਆ, ਮੈਨੂੰ ਇੰਨੀ ਜ਼ਿਆਦਾ ਆਦਤ ਹੋ ਚੁੱਕੀ ਸੀ ਕਿ ਮੈਂ ਔਨ ਦ ਸਪੌਟ ਕੋਈ ਵੀ ਕੁਐਸਚਨ ਬਣਾ ਲੈਂਦੀ ਸੀ, ਤਾਂ ਫਿਰ ਮੈਨੂੰ ਕਦੇ ਵੀ ਇੰਟਰਵਿਊ ਦੇ ਵਿੱਚ ਦਿੱਕਤ ਨਹੀਂ ਹੋਈ। ਲੋਕਾਂ ਨੂੰ ਮੋਸਟਲੀ ਹਮੇਸ਼ਾ ਇਹ ਲੱਗਦਾ, ਕਈ ਵਾਰ ਤਾਂ ਉਹਨਾਂ ਨੂੰ ਰਾਤ ਤੋਂ ਨੀਂਦ ਹੀ ਨਹੀਂ ਆਉਂਦੀ ਕਿ ਸਾਡਾ ਇੰਟਰਵਿਊ ਹੈ ਅਗਲੇ ਦਿਨ। ਪਰ ਇਹ ਚੀਜ਼ ਹਮੇਸ਼ਾ ਧਿਆਨ ਰੱਖੋ ਕਿ ਕੋਈ ਵੀ ਤੁਹਾਡੇ ਕੋਲ ਓਪਰਚੁਨਿਟੀ ਆਏ, ਆਪਣੀ ਕ੍ਰੀਏਟੀਵਿਟੀ ਨੂੰ ਹਮੇਸ਼ਾ ਜ਼ਿੰਦਾ ਰੱਖੋ। ਤੁਹਾਡੇ ਕੋਲ ਵੀ ਕੋਈ ਕਲਾ ਜ਼ਰੂਰ ਹੋਏਗੀ, ਤੂੰ ਕੋਈ ਲਿਖਦਾ ਹੈ, ਕੁਝ ਵੀ ਤੁਸੀਂ ਕਰਦੇ ਹੋ, ਪੇਂਟਿੰਗ ਕਰਦੇ ਹੋ, ਉਹਨੂੰ ਹਮੇਸ਼ਾ ਕਰੋ। ਆਪਣੇ 15 ਮਿੰਟ ਕ੍ਰੀਏਟੀਵਿਟੀ ਨੂੰ ਹਮੇਸ਼ਾ ਦਿਓ। ਆਪਣੀ ਪੜ੍ਹਾਈ ਕਰਨ ਤੋਂ ਬਾਅਦ 5-6 ਘੰਟੇ ਪੜ੍ਹਨ ਤੋਂ ਬਾਅਦ ਤੁਸੀਂ ਕ੍ਰੀਏਟੀਵਿਟੀ ਨੂੰ ਜਦੋਂ ਟਾਈਮ ਦਿਓਗੇ ਤਾਂ ਤੁਸੀਂ ਆਪਣੇ ਆਪ ਨੂੰ ਟਾਈਮ ਦਿੰਦੇ ਹੋ, ਤੁਸੀਂ ਆਪਣੇ ਪੈਸ਼ਨ ਨੂੰ ਟਾਈਮ ਦਿੰਦੇ ਹੋ। ਤੇ ਜਦੋਂ ਤੁਸੀਂ ਕ੍ਰੀਏਟਿਵ ਹੁੰਦੇ ਹੋ, ਤੁਸੀਂ ਆਪਣੇ ਦਿਮਾਗ ਨੂੰ ਹੋਰ ਕਲੀਅਰ ਕਰਦੇ ਹੋ, ਆਪਣੇ ਮਾਈਂਡ ਨੂੰ ਹੋਰ ਕ੍ਰੀਏਟਿਵ ਬਣਾਉਂਦੇ ਹੋ, ਤੁਸੀਂ ਆਪਣੇ ਆਪ ਨੂੰ ਹੋਰ ਡਿਵੈਲਪ ਕਰਦੇ ਹੋ। ਚੌਥੀ ਚੀਜ਼ ਹਮੇਸ਼ਾ ਧਿਆਨ ਰੱਖੋ ਕਿ ਆਪਣਾ ਰੂਟੀਨ ਬਣਾਓ ਤੇ ਉਸ ਰੂਟੀਨ ਨੂੰ ਪੂਰੀ ਡੈਡੀਕੇਸ਼ਨ ਨਾਲ ਫੋਲੋ ਕਰੋ। ਮੈਨੂੰ ਯਾਦ ਹੈ, ਮੈਂ ਇੱਕ ਦਿਨ ਆਪਣੀ ਕੋਚਿੰਗ ਕਲਾਸਿਸ ਦੇ ਵਿੱਚ ਸੀ ਤੇ ਮੈਥ ਸਰ ਨੇ ਸਾਨੂੰ ਇੱਕ ਗੱਲ ਦੱਸੀ ਸੀ ਕਿ ਉਹ ਬੈਰਕ ਓਬਾਮਾ ਦੀ ਬਾਇਓਗ੍ਰਾਫੀ ਪੜ੍ਹ ਰਹੇ ਨੇ ਤੇ ਉਸ ਦੇ ਵਿੱਚ ਉਹਨਾਂ ਨੇ ਇੱਕ ਚੀਜ਼ ਪੜ੍ਹੀ ਕਿ ਭਾਵੇਂ ਥੋੜੀ ਮਿਹਨਤ ਕਰੋ ਪਰ ਉਹ ਮਿਹਨਤ ਤੁਸੀਂ ਰੋਜ਼ ਕਰੋ। ਮੈਂ ਇਹ ਨਹੀਂ ਕਹਿ ਰਹੀ ਕਿ ਤੁਸੀਂ ਇੱਕ ਦਿਨ ਦੇ ਵਿੱਚ 8-8 ਘੰਟੇ ਪੜ੍ਹ ਲਓ, ਪਰ ਭਾਵੇਂ ਤੁਸੀਂ ਰੋਜ਼ 3 ਜਾਂ 2 ਘੰਟੇ ਪੜ੍ਹੋ, ਪਰ ਉਸ ਨੂੰ ਪੂਰੀ ਡੈਡੀਕੇਸ਼ਨ ਨਾਲ ਪੜ੍ਹੋ, ਉਸ ਨੂੰ ਪੂਰੀ ਕੰਸਨਟ੍ਰੇਸ਼ਨ ਨਾਲ ਪੜ੍ਹੋ। ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਉਹ ਮਿਹਨਤ ਤੁਸੀਂ ਰੋਜ਼ ਕਰਨੀ ਹੈ। ਕਦੇ ਇਹ ਨਹੀਂ ਕਿ ਤੁਸੀਂ ਇੱਕ ਦਿਨ ਪੜ੍ਹੇ ਤੇ 2 ਦਿਨ ਤੁਸੀਂ ਨਹੀਂ ਪੜ੍ਹੇ, 2 ਦਿਨ ਤੁਸੀਂ ਬ੍ਰੇਕ ਲੈ ਲਿਆ। ਐਦਾਂ ਤੁਸੀਂ ਕੋਈ ਐਗਜ਼ਾਮ ਕਲੀਅਰ ਨਹੀਂ ਕਰ ਸਕਦੇ। ਐਗਜ਼ਾਮ ਕਲੀਅਰ ਕਰਨ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਗੱਲ ਹੈ ਕਿ ਤੁਸੀਂ ਆਪਣੀ ਰੂਟੀਨ ਨੂੰ ਕਿੰਨੀ ਡੈਡੀਕੇਸ਼ਨ ਨਾਲ ਫੋਲੋ ਕਰਦੇ ਹੋ। ਮੈਂ ਭਾਵੇਂ ਮੇਰਾ ਇੰਟਰਵਿਊ ਹੁੰਦਾ ਸੀ, ਮੈਂ ਸਵੇਰੇ ਜਲਦੀ ਉੱਠ ਕੇ ਆਪਣੀ ਪੜ੍ਹਾਈ ਕਰਦੀ ਸੀ। ਇੰਟਰਵਿਊ ਆਉਣ ਤੋਂ ਬਾਅਦ ਫਿਰ ਮੈਂ ਦੁਬਾਰਾ ਆਪਣੀ ਪੜ੍ਹਾਈ ਸ਼ੁਰੂ ਕਰਦੀ ਸੀ। ਮੈਂ ਕਦੇ ਵੀ ਇਸ ਚੀਜ਼ ਨੂੰ ਇਹ ਨਹੀਂ ਸੋਚਿਆ ਕਿ ਅੱਜ ਮੈਂ ਥੱਕ ਚੁੱਕੀ ਹਾਂ, ਅੱਜ ਮੈਂ ਇੰਟਰਵਿਊ ਲਿਆ ਤੇ ਹੁਣ ਮੈਂ ਪੜ੍ਹਨਾ ਨਹੀਂ। ਇਹ ਚੀਜ਼ ਨੂੰ ਮੈਂ ਹਮੇਸ਼ਾ ਆਪਣੇ ਮਨ ਦੇ ਵਿੱਚ ਇਸ ਚੀਜ਼ ਨੂੰ ਹਮੇਸ਼ਾ ਪੱਲੇ ਬੰਨ੍ਹ ਲਓ। ਤੇ ਮੈਂ ਇਹ ਚੀਜ਼ ਆਪਣੇ ਜਿਹੜੇ ਮੈਥਸ ਟੀਚਰ ਦੀ ਉਹ ਗੱਲ ਸੀ, ਮੈਂ ਹਮੇਸ਼ਾ ਧਿਆਨ ਰੱਖੀ। ਤੇ ਕੋਈ ਵੀ ਦਿਨ ਪੂਰੇ 2018-2019 ਦੇ ਵਿੱਚ ਇੱਕ ਵੀ ਦਿਨ ਉਹ ਨਹੀਂ ਹੈ ਜਿਸ ਦਿਨ ਮੈਂ ਆਪਣੀ ਕਿਤਾਬ ਨਹੀਂ ਚੁੱਕੀ ਤੇ ਮੈਂ ਨਹੀਂ ਪੜ੍ਹਿਆ। ਪੰਜਵੀਂ ਗੱਲ ਇਹ ਕਿ ਆਪਣੇ ਮੈਂਟਲ ਬਲੌਕਸ ਨੂੰ ਹਟਾਓ। ਮੈਨੂੰ ਯਾਦ ਹੈ ਜਦੋਂ ਮੈਂ ਤਿਆਰੀ ਸ਼ੁਰੂ ਕਰ ਰਹੀ ਸੀ ਇਸ ਦੀ, ਤੇ ਜਦੋਂ ਮੇਰੇ ਐਗਜ਼ਾਮ ਕਲੀਅਰ ਨਹੀਂ ਹੋ ਰਹੇ ਸੀ, ਉਸ ਟਾਈਮ ਮੈਨੂੰ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਤੇ ਮੇਰੇ ਬਹੁਤ ਸਾਰੇ ਫਰੈਂਡਸ ਨੇ ਵੀ ਮੈਨੂੰ ਇਹ ਗੱਲ ਕਹੀ ਕਿ ਜ਼ਰੂਰੀ ਨਹੀਂ ਕਿ ਤੇਰਾ ਐਗਜ਼ਾਮ ਕਲੀਅਰ ਹੋ, ਕਿਉਂਕਿ ਇਸ ਦੇ ਵਿੱਚ 10-20 ਲੱਖ ਬੰਦਾ ਬੈਠਦਾ ਹੈ ਤੇ ਉਸ ਦੇ ਵਿੱਚ ਸਿਰਫ 2000 ਵੈਕੈਂਸੀਆਂ ਨੇ, ਕਿਵੇਂ ਹੋ ਸਕਦਾ ਹੈ? ਇਹ ਪੋਸੀਬਲ ਨਹੀਂ ਹੈ। ਇਹ ਤਾਂ ਸਿਰਫ ਜੀਨੀਅਸ ਕਲੀਅਰ ਕਰਦੇ ਨੇ। ਮੈਨੂੰ ਲੱਗਦਾ ਹੈ ਕਿ ਕੋਈ ਜੀਨੀਅਸ ਵਾਲੀ ਗੱਲ ਨਹੀਂ ਹੁੰਦੀ, ਅਸੀਂ ਆਪਣੇ ਆਪ ਜੀਨੀਅਸ ਬਣ ਸਕਦੇ ਹਾਂ। ਇਹ ਜਿਹੜਾ ਮੈਂਟਲ ਬਲੌਕ ਹੈ ਨਾ, ਜਿਹੜੇ ਲੋਕੀ ਸਾਡੇ ਦਿਮਾਗ ਦੇ ਵਿੱਚ ਪਾਉਂਦੇ ਨੇ, ਇਹ ਤੁਹਾਨੂੰ ਹਟਾਉਣਾ ਪੈਣਾ। ਕਿਉਂਕਿ ਜਦ ਤੱਕ ਮੈਂਟਲ ਬਲੌਕ ਰਹੇਗਾ ਨਾ, ਤੁਹਾਡਾ ਜਿਹੜਾ ਰਾਸਤਾ ਹੈ ਨਾ ਉਹ ਕਲੀਅਰ ਨਹੀਂ ਹੋਏਗਾ। ਤੁਹਾਡੇ ਰਾਸਤੇ ਦੇ ਵਿੱਚ ਇਹ ਸਾਰੀਆਂ ਮੈਂਟਲ ਬਲੌਕਸ ਤੁਹਾਡੇ ਰਾਸਤੇ ਦੇ ਵਿੱਚ ਆਉਣਗੇ ਤਾਂ ਸ਼ਾਇਦ ਤੁਸੀਂ ਕਦੇ ਆਪਣਾ ਜਿਹੜਾ ਡ੍ਰੀਮ ਹੈ ਪੂਰਾ ਕਰ ਹੀ ਨਾ ਸਕੋ। ਮੈਂ ਇਹ ਸੋਚਿਆ ਸੀ ਕਿ ਮੈਂ ਉਹਨਾਂ ਵੱਲ ਧਿਆਨ ਨਹੀਂ ਦੇਣਾ ਜਿਨ੍ਹਾਂ ਦਾ ਕਲੀਅਰ ਨਹੀਂ ਹੋਇਆ, ਮੈਂ ਉਹਨਾਂ ਵੱਲ ਧਿਆਨ ਦੇਣਾ ਜਿਨ੍ਹਾਂ ਦਾ ਕਲੀਅਰ ਹੋਇਆ ਹੈ। ਉਹਨਾਂ ਨੇ ਇਹੋ ਜਿਹਾ ਕੀ ਕੀਤਾ ਕਿ ਉਹਨਾਂ ਦਾ ਕਲੀਅਰ ਹੋ ਗਿਆ। ਇੰਨੀ ਮਿਹਨਤ ਕਰਨ ਤੋਂ ਬਾਅਦ ਜਦੋਂ ਮੈਂ ਲੋਕਾਂ ਦੀਆਂ ਨੈਗੇਟਿਵ ਗੱਲਾਂ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੱਤਾ, ਮੈਂ ਆਪਣਾ ਪੂਰਾ ਰੂਟੀਨ ਬਣਾਇਆ, ਮੈਂ ਆਪਣੀ ਪੂਰੀ ਡੈਡੀਕੇਸ਼ਨ ਰੱਖੀ, ਮੈਂ ਕਦੇ ਹਾਰ ਨਹੀਂ ਮੰਨੀ। ਚਾਹੇ ਉਹ ਜਿਹੜੀ ਜਰਨੀ ਸੀ ਬਹੁਤ ਮੁਸ਼ਕਿਲ ਸੀ, ਇਹ 2 ਸਾਲ ਮੈਂ ਬਹੁਤ ਮੁਸ਼ਕਿਲ ਨਾਲ ਕੰਟੀਨਿਊ ਕਰਦੀ ਰਹੀ, ਹਾਰ ਨਹੀਂ ਮੰਨੀ। ਮੈਂ ਇਹ ਸੋਚਿਆ ਕਿ ਮੈਂ ਜ਼ਰੂਰ ਕਰ ਸਕਦੀ ਹਾਂ, ਜੇ ਪ੍ਰੀ ਹੋ ਸਕਦਾ ਤਾਂ ਮੇਨਸ ਵੀ ਹੋ ਸਕਦਾ ਹੈ। ਐਡੀ ਕੀ ਚੀਜ਼ ਹੈ ਇਸ ਦੇ ਵਿੱਚ ਜੋ ਮੈਂ ਨਹੀਂ ਕਰ ਸਕਦੀ? ਜੇ ਹੋਰ ਕਰ ਸਕਦੇ ਨੇ ਤਾਂ ਮੈਂ ਵੀ ਕਰ ਸਕਦੀ ਹਾਂ, ਤੇ ਮੈਂ ਉਹ ਚੀਜ਼ ਕੀਤੀ। ਤੇ ਮੇਰੇ ਕੋਲ ਅੱਜ 1 ਨਹੀਂ 2 ਨਹੀਂ 3 ਆਫਰ ਲੈਟਰ ਨੇ। ਮੇਰੇ ਕੋਲ ਸਪੈਸ਼ਲਿਸਟ ਆਫਿਸਰ ਦੀ ਜੌਬ ਹੈ, ਪ੍ਰੋਬੇਸ਼ਨਰੀ ਆਫਿਸਰ ਦੀ ਜੌਬ ਹੈ ਤੇ ਕਲਰਕ। ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਮੇਰੀ ਮੌਮ ਨੂੰ ਲੋਕ ਕਹਿੰਦੇ ਸੀ ਕਿ ਆਪਣੀ ਕੁੜੀ ਦਾ ਵਿਆਹ ਕਰ ਦਿਓ, ਤੇ ਅੱਜ ਉਹੀ ਲੋਕ ਨੇ ਕਿ ਉਹ ਮੇਰੀ ਮਿਸਾਲਾਂ ਦਿੰਦੇ ਨੇ ਆਪਣੇ ਬੱਚਿਆਂ ਨੂੰ। ਤੇ ਜਿਹੜਾ ਅਖਬਾਰ ਉਹਨਾਂ ਦੇ ਘਰ ਆਉਂਦਾ ਉਸ ਦੇ ਵਿੱਚ ਉਹਨਾਂ ਬੱਚਿਆਂ ਦੀ ਫੋਟੋ ਆਈ ਸੀ ਜਿਨ੍ਹਾਂ ਦਾ ਐਗਜ਼ਾਮ ਕਲੀਅਰ ਹੋਇਆ ਸੀ, ਜਿਸ ਦੇ ਵਿੱਚ ਮੇਰੀ ਫੋਟੋ ਵੀ ਸੀ। ਇਹ ਤੁਹਾਡੇ ਉੱਤੇ ਹੈ। 21 ਤੋਂ 30 ਸਾਲ ਦੀ ਜਿਹੜੀ ਉਮਰ ਹੈ, ਇਸ ਦੇ ਵਿੱਚ ਜਾਂ ਤਾਂ ਤੁਸੀਂ ਆਪਣੀ ਲਾਈਫ ਬਣਾ ਸਕਦੇ ਹੋ ਜਾਂ ਖਰਾਬ ਕਰ ਸਕਦੇ ਹੋ। ਜਾਂ ਤੁਸੀਂ ਆਪਣੀ ਲਾਈਫ ਬਣਾ ਕੇ ਆਪਣੀ ਪੂਰੀ ਲਾਈਫ ਸੈਟਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਇਸ ਨੂੰ ਸਿਰਫ ਟਾਈਮ ਆਪਣਾ ਤੁਸੀਂ ਵੇਸਟ ਕਰਕੇ ਕਿਤੇ ਵੀ ਨਹੀਂ ਪਹੁੰਚ ਸਕਦੇ ਤੇ ਫਿਰ ਤੁਹਾਡੀ ਸਾਰੀ ਲਾਈਫ ਦੇ ਵਿੱਚ ਤੁਹਾਨੂੰ ਧੱਕੇ ਨੇ। ਮੈਂ ਸੋਚਿਆ कि मैं हुण मेहनत करनी है ताकि मेरी लाइफ सिक्योर हो, कि जो सफ़र इख्तियार करते हैं वही मंजिलें पार करते हैं। एक बार कदम आगे बढ़ाने का हौसला तो कीजिए, ऐसे मुसाफिरों का तो
रास्ते भी इंतज़ार करते हैं। ਤੁਹਾਡੇ ਰਾਸਤੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸਿਰਫ ਗੱਲ ਇੰਨੀ ਹੈ ਕਿ ਤੁਸੀਂ ਉਸ ਦੇ ਲਈ ਮਿਹਨਤ ਕਰ ਰਹੇ ਹੋ, ਕਿ ਤੁਸੀਂ ਲਈ ਉਸ ਦੇ ਬਾਰੇ ਤੁਸੀਂ ਸੋਚਿਆ ਹੈ, ਕਿ ਤੁਸੀਂ ਸ਼ੁਰੂਆਤ ਕੀਤੀ ਹੈ, ਕਿ ਤੁਸੀਂ ਆਪਣੀ ਕਮਜ਼ੋਰੀ ਨੂੰ ਓਵਰਕਮ ਕਰ ਰਹੇ ਹੋ, ਕਿ ਤੁਸੀਂ ਆਪਣੀ ਕਮਜ਼ੋਰੀ ਨੂੰ ਸਟਰੋਂਗੈਸਟ ਪਾਰਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਨੂੰ ਲੱਗਦਾ ਹੈ ਸਾਡੇ ਹਰ ਇੱਕ ਦੇ ਵਿੱਚ ਕੈਲੀਬਰ ਹੈ ਤੇ ਤੁਸੀਂ ਵੀ ਕਰ ਸਕਦੇ ਹੋ। ਗੁੱਡ ਲੱਕ ਫॉर योर ਲਾਈਫ ਐਂਡ ਫॉर योर ਫਿਊਚਰ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।